पीटीसी न्यूज़ ਦੀ ਖਾਸ ਪੇਸ਼ਕਸ਼ ਕੀ ਸਮਝੇ ਤੁਹਾਡਾ ਸਵਾਗਤ ਹੈ। ਮੈਂ ਹਾਂ ਨੀਰਜ ਬਾਲੀ। ਅੱਜ ਦਰਅਸਲ ਇਸ ਪਹਿਲੀ ਖਬਰ ਦੇ ਵਿੱਚ ਜਿਹਨਾਂ ਚਾਰ ਖਬਰਾਂ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਜਾਂ ਤੁਹਾਡੇ ਸਾਹਮਣੇ ਲੈ ਕੇ ਆਉਣ ਜਾ ਰਹੇ ਹਾਂ, ਦਰਅਸਲ ਉਹ ਕਿਸ ਨੂੰ ਦਰਸਾ ਰਹੀ ਹੈ, ਸੱਤਾ ਸਿਸਟਮ ਤੇ ਸਿਆਸਤ ਨੂੰ। ਇਸ ਨੂੰ ਵੇਖ ਕੇ ਅੰਦਾਜ਼ੇ ਜਾਂ ਸਿੱਟੇ ਤੁਸੀਂ ਆਪ ਕੱਢ ਲਈਓ। ਦਰਅਸਲ 'ਚ ਜਦੋਂ ਇੱਕ ਆਮ ਬਜ਼ੁਰਗ ਜਿਸ ਦੀ ਸਿਹਤ ਠੀਕ ਨਹੀਂ ਹੈ ਉਹ ਬਲੱਡ ਬੈਂਕ ਦੇ ਬਾਹਰ ਘੰਟੋ ਬੈਠਾ ਰਵੇ ਬਲੱਡ ਲੈਣ ਦੇ ਲਈ ਤੇ ਉੱਥੇ ਬੇਹੋਸ਼ ਹੋ ਜਾਵੇ, ਉਸ ਦੇ ਪਿੱਛੇ ਕਸੂਰਵਾਰ ਕੌਣ? ਸੱਤਾ ਸਿਸਟਮ ਜਾਂ ਸਿਆਸਤ। ਜਦੋਂ ਕਿਸਾਨ ਆਪਣੀ ਖੇਤੀ ਨੂੰ ਲੈ ਕੇ, ਆਪਣੀ ਕਣਕ ਨੂੰ ਲੈ ਕੇ, ਆਪਣੀ ਫਸਲ ਨੂੰ ਲੈ ਕੇ ਦਰ ਦੇ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਜਾਵੇ, ਉਸ ਦੇ ਲਈ ਕਸੂਰਵਾਰ ਕੌਣ ਹੈ? ਸੱਤਾ ਸਿਸਟਮ ਜਾਂ ਸਿਆਸਤ। ਦਰਅਸਲ ਜਦੋਂ ਇੱਕ ਘਰ ਦੀ ਕੁਰਕੀ ਹੋ ਜਾਵੇ ਉਸ ਦੇ ਲਈ ਕਸੂਰਵਾਰ ਕੌਣ ਹੈ? ਉਹ ਪਰਿਵਾਰ ਕਸੂਰਵਾਰ ਹੈ ਜਾਂ ਸੱਤਾ ਸਿਸਟਮ ਤਾਂ ਸਿਆਸਤ ਕਸੂਰਵਾਰ ਹੈ? ਜਾਂ ਜਿਸ ਵੇਲੇ ਇੱਕ ਨੌਜਵਾਨ ਇੱਕ ਲੜਕੀ ਨੂੰ ਚਾਹੁੰਦੇ ਹੋਏ ਖੁਦਕੁਸ਼ੀ ਕਰ ਲਵੇ, ਉਸ ਦੇ ਪਿੱਛੇ ਕਸੂਰਵਾਰ ਦਰਅਸਲ ਕੌਣ ਹੈ? ਸੱਤਾ ਸਿਸਟਮ ਜਾਂ ਸਿਆਸਤ। ਦਰਅਸਲ ਅਜਿਹੇ ਸਵਾਲ ਨੇ ਜਿਨ੍ਹਾਂ ਦਾ ਸ਼ਾਇਦ ਅੱਜ ਤੱਕ ਜਵਾਬ ਮਿਲਿਆ ਹੀ ਨਹੀਂ ਹੈ। ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਇਹ ਕਿਸੇ ਤੋਂ ਲੁਕੇ ਨਹੀਂ ਹੈ। ਹਾਂ, ਦਰਅਸਲ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਦਾਅਵੇ ਤੇ ਵਾਅਦੇ ਬਹੁਤ ਹੁੰਦੇ ਨੇ, ਲੇਕਿਨ ਜਿਸ ਵੇਲੇ ਚੋਣਾਂ ਖਤਮ ਹੋ ਜਾਂਦੀਆਂ ਨੇ ਉਸ ਵੇਲੇ ਹਕੀਕਤਾਂ ਵਾਲੀ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹ ਦਰਅਸਲ 'ਚ ਅਸੀਂ ਤੁਹਾਨੂੰ ਇਹਨਾਂ ਪ੍ਰੋਗਰਾਮ ਦੇ ਵਿੱਚ ਵਿਖਾਈ ਦਿੰਦੇ ਹਾਂ। ਅੱਜ ਦਰਅਸਲ 'ਚ ਜੋ ਤਸਵੀਰਾਂ ਇਸ ਪਹਿਲੀ ਖਬਰ ਦੇ ਵਿੱਚ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ, ਇਹ ਸਿੱਧੇ ਤੌਰ ਤੇ ਸਾਡੇ ਨਾਲ ਜੁੜੀ ਹੋਈ ਹੈ। ਇਹ ਸਿੱਧੇ ਤੌਰ ਤੇ ਸਾਨੂੰ ਸਵਾਲ ਕਰਦੀ ਹੈ, ਨਾ ਸਵਾਲ ਕਰਦੀ ਹੈ ਸੱਤਾ ਨੂੰ, ਨਾ ਸਵਾਲ ਕਰਦੀ ਹੈ ਸਿਸਟਮ ਨੂੰ, ਤੇ ਨਾ ਸਵਾਲ ਕਰਦੀ ਹੈ ਸਿਆਸਤ ਨੂੰ। ਇਹ ਸਵਾਲ ਕਰਦੀ ਹੈ ਇੱਕ ਆਮ ਉਸ ਇਨਸਾਨ ਨੂੰ ਜੋ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਇਸਤੇਮਾਲ ਤਾਂ ਕਰਦਾ ਹੈ, ਲੇਕਿਨ ਵੋਟ ਪਾਉਣ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਮੰਨਣ ਦੇ ਲਈ ਉਹ ਸੜਕਾਂ ਤੇ ਨਹੀਂ ਉਤਰਦਾ। ਉਹ ਕਿਤੇ ਨਾ ਕਿਤੇ ਅਪੀਲ ਨਹੀਂ ਕਰਦਾ। ਜੇ ਅਪੀਲ ਕਰਦਾ ਹੈ ਤਾਂ ਉਸ ਦੀ ਅਪੀਲ ਨੂੰ ਕਿਤੇ ਨਾ ਕਿਤੇ ਖਾਰਿਜ ਕਰ ਦਿੱਤਾ ਜਾਂਦਾ ਹੈ। ਦਰਅਸਲ ਅੱਜ ਦੀ ਇਹ ਜੋ ਕਹਾਣੀ ਜਾਂ ਵਿਵਸਥਾਵਾਂ ਬਣ ਚੁੱਕੀਆਂ ਨੇ, ਅੱਜ ਦੀ ਪਹਿਲੀ ਰਿਪੋਰਟ ਹੀ ਉਸ ਨੂੰ ਲੈ ਕੇ ਆ, ਕਿਉਂਕਿ ਸਹੀ ਮਾਇਨਿਆਂ ਦੇ ਵਿੱਚ ਜੋ ਹਕੀਕਤਾਂ ਵਾਲੀ ਤਸਵੀਰ ਇੱਕ ਨਿਕਲ ਕੇ ਸਾਹਮਣੇ ਆਈ ਹੈ, ਅੱਜ ਉਸ ਨੂੰ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਸ ਪ੍ਰੋਗਰਾਮ ਕੀ ਸਮਝੀਏ ਜੀ। ਮੌਜੂਦਾ ਦੌਰ ਜਿਸ ਦੌਰ ਦੇ ਵਿੱਚੋਂ ਕੁਝ ਹਕੀਕਤਾਂ ਵਾਲੀਆਂ ਕਹਾਣੀਆਂ ਜੋ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਉਹ ਕਈਆਂ ਨੂੰ ਸਵਾਲ ਪੁੱਛ ਰਹੀਆਂ ਨੇ। ਸਵਾਲ ਸੱਤਾ ਨੂੰ, ਸਵਾਲ ਸੱਤਾ ਦੇ ਬਣਾਏ ਹੋਏ ਸਿਸਟਮ ਨੂੰ ਤੇ ਅੱਜ ਤੱਕ ਦੇ ਸਾਰੇ ਸਿਆਸਤਦਾਨਾਂ ਨੂੰ। ਦਰਅਸਲ ਇਹ ਜੋ ਕਹਾਣੀਆਂ ਖਬਰਾਂ ਦੀ ਸ਼ਕਲਾਂ 'ਚ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਇਹ ਇੱਕ ਅੱਜ ਦੇ ਮੌਜੂਦਾ ਦੌਰ ਦੀ ਕੌੜੀ ਸੱਚਾਈ ਬਣ ਚੁੱਕੀ ਹੈ। ਜਾਂ ਇਹ ਸਾਡੇ ਸਿਆਸਤਦਾਨਾਂ ਦੀ ਦੇਣ ਹੈ, ਜਾਂ ਅਸੀਂ ਉਸ ਕਾਬਿਲ ਨਹੀਂ ਹਾਂ ਕਿ ਸਥਿਤੀਆਂ ਨੂੰ ਅਸੀਂ ਆਪਣੇ ਤੋਂ ਦੂਰ ਕਰਕੇ ਇੱਕ ਵਧੀਆ ਜ਼ਿੰਦਗੀ ਦੇ ਵੱਲ ਵੱਧ ਸਕੀਏ। ਸਵਾਲ ਬਥੇਰੇ ਨੇ ਪਰ ਜਵਾਬ ਇਸ ਦਾ ਤਲਾਸ਼ਣ ਦੀ ਕਈ ਮਾਇਨਿਆਂ ਦੇ ਵਿੱਚ ਸਖਤ ਲੋੜ ਹੈ। ਪਰ ਇਹ ਜਵਾਬ ਤਲਾਸ਼ੇਗਾ ਕੌਣ? ਕਿ ਸਾਡੇ ਸਿਆਸਤਦਾਨ? ਤੇ ਜਵਾਬ ਹੈ ਬਿਲਕੁਲ ਨਹੀਂ, ਕਿਉਂਕਿ ਸਿਆਸਤਦਾਨਾਂ ਨੂੰ ਸਿਰ ਪਰਿਵਰਤਨ ਦੀਆਂ ਗੱਲਾਂ ਕਰ ਸਿਆਸਤ ਕਰਨੀ ਆਉਂਦੀ ਹੈ। ਇਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਅੱਜ ਤੱਕ ਸਾਹਮਣੇ ਆਇਆ। ਜੋ ਅੱਜ ਤੱਕ ਦੀ ਵਾਕਈ ਹਕੀਕਤਾਂ ਦੇ ਵਿੱਚੋਂ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆ ਗਈਆਂ ਨੇ, ਜਿਸ ਦਾ ਸਿੱਟਾ ਅੱਜ ਅਸੀਂ ਖੁਦ ਵੇਖ ਰਹੇ ਹਾਂ ਤੇ ਭੁਗਤ ਰਹੇ ਹਾਂ। ਅੱਜ ਕੁਝ ਤਸਵੀਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ, ਜਿਸ ਦੇ ਵਿੱਚ ਦਰਦ ਹੈ, ਜਿਸ ਦੇ ਵਿੱਚ ਮਜਬੂਰੀ, ਲਾਚਾਰੀ, ਬੇਬਸੀ ਹੈ। ਟੀਸ ਹੈ, ਇੱਕ ਆਹ ਹੈ। ਇਹਨਾਂ ਮਜਬੂਰੀ, ਲਾਚਾਰੀ, ਦਰਦ, ਬੇਬਸੀ ਨੂੰ ਲੈ ਕੇ ਫਰਿਆਦ ਕਿਸ ਨੂੰ ਕੀਤੀ ਜਾਵੇ? ਫਰਿਆਦ ਉਸ ਨੂੰ ਕੀਤੀ ਜਾਵੇ ਜੋ ਕਦੇ ਸੁਣਦਾ ਹੀ ਨਹੀਂ, ਪਰ ਜਿਸ ਵੇਲੇ ਆਪਣੇ ਮੰਚਾਂ ਤੇ ਖੜਾ ਹੋ ਜਾਂਦਾ ਹੈ ਤਾਂ ਉਸ ਵੇਲੇ ਉਸ ਦੇ ਦਾਅਵੇ ਤੇ ਵਾਅਦੇ ਕੁਝ ਹੋਰ ਹੀ ਹੁੰਦੇ ਨੇ। ਉਹ ਲੋਕਾਂ ਦਾ ਮਸੀਹਾ ਬਣ ਜਾਂਦਾ ਹੈ। ਲੇਕਿਨ ਸਹੀ ਮਾਇਨੇ ਦੇ ਵਿੱਚ ਫਰਿਆਦ ਹੈ ਜਨਤਾ ਦੇ ਅੱਗੇ। ਅੱਜ ਫਰਿਆਦ ਉਸ ਜਨਤਾ ਦੇ ਅੱਗੇ ਹੈ ਜੋ ਹੁੱਬ ਕੇ ਚੋਣਾਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਗਾ ਕੇ ਕੁਝ ਸਿਆਸਤਦਾਨਾਂ ਨੂੰ ਸੱਤਾ ਤੇ ਬਿਠਾਉਂਦੇ ਨੇ, ਜੋ ਸਿਆਸਤਦਾਨ ਬਾਅਦ 'ਚ ਕਿਤੇ ਨਾ ਕਿਤੇ ਆਮ ਜਨਤਾ ਨੂੰ ਭੁੱਲ ਵੀ ਜਾਂਦੇ ਨੇ। ਅੱਜ ਫਰਿਆਦ ਦਰਅਸਲ ਉਸ ਵਿਵਸਥਾ ਨੂੰ ਲੈ ਕੇ ਹੈ ਜਿਸ ਵਿਵਸਥਾ ਨੂੰ ਬਿਊਰੋਕਰੇਟਸ ਬਣਾਉਂਦੇ ਨੇ, ਪਰ ਬਾਅਦ 'ਚ ਉਹ ਕਿਤੇ ਨਾ ਕਿਤੇ ਸਿਆਸਤਦਾਨਾਂ ਦੀ ਕਠਪੁਤਲੀਆਂ ਬਣ ਜਾਂਦੇ ਨੇ, ਕਿਉਂਕਿ ਇਲਜ਼ਾਮ ਤਾਂ ਜਿਹੇ ਕਈ ਵਾਰ ਲੱਗਦੇ ਆ ਰਹੇ ਨੇ ਨਾ। ਤੁਹਾਡੀ ਟੀਵੀ ਸਕਰੀਨ ਤੇ ਚਾਰ ਤਸਵੀਰਾਂ ਸਿੱਧੇ ਤੌਰ ਤੇ ਇਹਨਾਂ ਵਿਵਸਥਾਵਾਂ ਵਾਲੀ ਖੇਡ ਨੂੰ ਦਰਸਾ ਰਹੀ ਹੈ, ਜੋ ਖੇਲਾ ਹੋ ਕੇ ਵਰਗੀਆਂ ਕਹਾਣੀਆਂ ਨੂੰ ਸੱਚ ਸਾਬਿਤ ਕਰਦੀਆਂ ਨੇ। ਪਹਿਲੀ ਤਸਵੀਰ 'ਚ ਇੱਕ ਬਜ਼ੁਰਗ ਬਲੱਡ ਬੈਂਕ ਦੇ ਬਾਹਰ ਬੇਹੋਸ਼ ਹੋ ਕੇ ਡਿੱਗ ਗਿਆ, ਪਰ ਹਸਪਤਾਲ ਦੇ ਕਰਮਚਾਰੀਆਂ ਨੇ ਉਸ ਦੀ ਸਾਰ ਨਹੀਂ ਲਈ ਤੇ ਬਾਹਰ ਹੀ ਤੜਪਦਾ ਰਿਹਾ। ਇਸ ਤੋਂ ਹੁਣ ਕੀ ਸਮਝੀਏ? ਦੂਜੀ ਤਸਵੀਰ ਇੱਕ ਨੌਜਵਾਨ ਦੀ ਹੈ ਜੋ ਕੁੜੀ ਦੇ ਪਿੱਛੇ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾਉਣ ਦੇ ਲਈ ਵੀ ਉਤਾਰੂ ਹੋ ਜਾਂਦਾ ਹੈ। ਭੁੱਲ ਜਾਂਦੇ ਨੇ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਜ਼ਿੰਦਗੀ ਦਿੱਤੀ, ਉਹਨਾਂ ਨੂੰ ਇੱਕ ਨਵੀਂ ਰੋਸ਼ਨੀ ਦਿੱਤੀ। ਖਬਰ ਜੋ ਹੈ ਉਹ ਤਾਂ ਵਿਖਾਉਣੀ ਬਣਦੀ ਹੈ। ਇਸ ਖਬਰ 'ਚ ਵੀ ਇਹੀ ਦੱਸਿਆ ਗਿਆ ਹੈ ਕਿ ਸ਼ਖਸ ਇੱਕ ਲੜਕੀ ਨੂੰ ਪਿਆਰ ਕਰਦਾ ਸੀ, ਉਸ ਨੂੰ ਵਿਆਹ ਦਾ ਲਾਰਾ ਲਗਾ ਕੇ ਉਸ ਨੂੰ ਧੋਖਾ ਦੇ ਦਿੱਤਾ, ਜਿਸ ਤੋਂ ਬਾਅਦ ਇਸ ਨੌਜਵਾਨ ਨੇ ਖੁਦ ਨੂੰ ਮੌਤ ਦੇ ਘਾਟ ਉਤਾਰ ਲਿਆ।
ਮਾਮਲਾ ਜੀ ਕੁੜੀ ਦਾ ਚੱਕਰ ਸੀਗਾ। ਕੁੜੀ ਬਹੁਤ ਟਾਈਮ ਦੀ ਉਹਨੂੰ ਪਰੇਸ਼ਾਨ ਕਰੀ ਜਾਂਦੀ ਬਹੁਤ ਜ਼ਿਆਦਾ ਜੀ। ਸਾਨੂੰ ਵੀ ਦੱਸਦਾ ਜੀ, ਮੈਨੂੰ ਤੰਗ ਕਰਦੀ ਹੈ ਬਹੁਤ ਜੀ, ਬਥੇਰਾ ਸਮਝਾਇਆ ਜੀ, ਪਰ ਉਹ ਤੰਗ ਕਰਨ ਨੂੰ ਹਟੀ ਨਹੀਂ ਜੀ। ਅੱਖ ਕੇ ਹੁਣ ਇਹ ਕੰਮ ਕਦਮ ਚੱਕਣਾ ਪਵੇਗਾ। ਇਸ ਤੀਜੀ ਤਸਵੀਰ 'ਚ ਉਹ ਵੀ ਵਿਵਸਥਾ ਵਾਲੀ ਖੇਡ ਹੀ ਹੈ, ਉਹੀ ਕਿਸਾਨਾਂ ਵਾਲੀ ਖੇਡ ਜਿਸ ਨੂੰ ਕਈ ਮਹੀਨਿਆਂ ਤੋਂ ਤੁਸੀਂ ਸੁਣਦੇ ਵੇਖਦੇ ਆ ਰਹੇ ਹੋ, ਬੋਰ ਵੀ ਹੋ ਚੁੱਕੇ ਹੋਗੇ। ਲੇਕਿਨ ਇਹ ਤਸਵੀਰਾਂ ਵੀ ਵਿਖਾਉਣੀਆਂ ਲਾਜ਼ਮੀ ਨੇ, ਪਰ ਇਹਨਾਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਕਿਸਾਨ ਅੱਜ ਵੀ ਪਰੇਸ਼ਾਨ ਹੈ, ਮੰਡੀਆਂ 'ਚ ਰੋਲ ਰਿਹਾ ਹੈ, ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲ ਰਿਹਾ। ਸੋ ਉਹ ਸੜਕਾਂ ਤੇ ਧਰਨੇ ਪ੍ਰਦਰਸ਼ਨ ਨਾ ਕਰੇ ਤਾਂ ਹੋਰ ਕਰੇ ਵੀ ਕੀ? ਸਵਾਲ ਤਾਂ ਸਿੱਧੇ ਤੌਰ ਤੇ ਸਰਕਾਰ ਨੂੰ ਹੈ ਨਾ। ਸਾਡੀ ਕਣਕ ਦਾ ਦਾਣਾ ਦਾਣਾ ਕੈਪਟਨ ਕਹਿੰਦਾ ਵੀ ਮੈਂ ਦਾਣਾ ਚੱਕੂ, ਉਹ ਕਿੱਥੇ ਗਿਆ ਹੋਇਆ ਦਾਣਾ ਚੱਕਣ ਵਾਲਾ? ਅੱਜ ਸਾਡੇ ਉੱਤੇ ਹੱਤਿਆਚਾਰ ਹੋ ਰਿਹਾ। ਸਾਡੀ ਕਣਕਾਂ 10 ਦਿਨ ਹੋ ਗਏ ਜਿਹੜੇ ਮੰਡੀ 'ਚ ਪਈਆਂ ਨੇ, ਮੱਛਰ ਸਾਨੂੰ ਖਾ ਰਿਹਾ। ਇਸ ਚੌਥੀ ਤਸਵੀਰ ਨੂੰ ਜੋ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ, ਜਿਸ ਵੇਲੇ ਇੱਕ ਆਮ ਇਨਸਾਨ ਲਾਚਾਰੀ, ਬੇਬਸੀ, ਮਜਬੂਰੀ ਤੇ ਬੇਸਹਾਰਾ ਦੇ ਦੌਰ ਚੋਂ ਨਿਕਲਦਾ ਹੋਵੇ, ਉਸ ਵੇਲੇ ਕੁਝ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਉਸ ਵੇਲੇ ਆਪਣੀਆਂ ਕਮੀਆਂ ਨੂੰ ਲੁਕਾਉਂਦੇ ਹੋਏ ਪ੍ਰਸ਼ਾਸਨ ਤੇ ਖਾਸ ਤੌਰ ਤੇ ਸਰਕਾਰ ਤੇ ਵੀ ਸੁੱਟਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਆਮ ਇਨਸਾਨ ਕੀ ਇਹ ਸਮਝੀਏ, ਮੌਜੂਦਾ ਦੌਰ ਕਿਸੇ ਤੋਂ ਨਹੀਂ ਲੁਕਿਆ। ਇਸ ਦੌਰ 'ਚ ਜਿਸ ਤਰ੍ਹਾਂ ਦੇ ਨਾਲ ਇੱਕ ਆਮ ਆਦਮੀ, ਇੱਕ ਆਮ ਇਨਸਾਨ ਸਹੀ ਮਾਅਨਿਆਂ 'ਚ ਜ਼ਿੰਦਗੀ ਕੱਟ ਰਿਹਾ ਹੈ, ਉਹ ਵਾਕਈ ਸਭ ਦੇ ਸਾਹਮਣੇ ਹੈ। ਘਰਾਂ ਦੇ ਚੁੱਲ੍ਹੇ ਠੰਡੇ ਪੈ ਚੁੱਕੇ ਨੇ, ਕਈਆਂ ਦੀ ਨੌਕਰੀਆਂ ਜਾ ਚੁੱਕੀਆਂ ਨੇ, ਬੈਂਕਾਂ ਦੀਆਂ ਕਿਸ਼ਤਾਂ ਨਹੀਂ ਦੇ ਪਾ ਰਹੇ ਲੋਕ। ਇਨਸਾਨ ਤੇ ਬੱਚਿਆਂ ਦੀਆਂ ਪੜ੍ਹਾਈਆਂ ਉਹ ਤੁਹਾਡੇ ਸਾਹਮਣੇ ਹੈ। ਪਰ ਅੱਜ ਤੁਹਾਨੂੰ ਇਸ ਖਬਰ 'ਚ ਦਿਖਾਉਣ ਜਾ ਰਹੇ ਹਾਂ, ਇੱਕ ਪਰਿਵਾਰ ਨੇ ਬੈਂਕ ਦੀਆਂ ਕਿਸ਼ਤਾਂ ਨਹੀਂ ਚੁਕਾਈਆਂ ਤਾਂ ਬੈਂਕ ਨੇ ਉਹਨਾਂ ਦੇ ਘਰ ਦੀ ਕੁਰਕੀ ਤੱਕ ਦੇ ਆਦੇਸ਼ ਜਾਰੀ ਕਰ ਦਿੱਤੇ। ਜ਼ਾਹਿਰ ਹੈ ਜਿਸ ਵੇਲੇ ਬੈਂਕਾਂ ਨੂੰ ਉਹਨਾਂ ਦੀਆਂ ਬਣਦੀਆਂ ਕਿਸ਼ਤਾਂ ਨਹੀਂ ਚੁਕਾਈਆਂ ਜਾਣਗੀਆਂ ਤਾਂ ਬੈਂਕਾਂ ਨੇ ਤਾਂ ਆਪਣੀ ਕਾਰਵਾਈ ਕਰਨੀ ਹੈ ਨਾ। ਇਹ ਵੱਖਰੀ ਗੱਲ ਹੈ ਕਿ ਪਰਿਵਾਰ ਨੀਰਵ ਮੋਦੀ ਤੇ ਵਿਜੇ ਮਾਲਿਆ ਵਰਗੇ ਰਈਸ ਨਹੀਂ ਹੈ ਜੋ ਇਸ ਘਰ ਨੂੰ ਵੇਚ ਕੇ ਬਾਹਰ ਕਿਤੇ ਸੈਟਲ ਹੋ ਜਾਣ। ਲੇਕਿਨ ਅੱਜ ਜਿਸ ਢੰਗ ਦੇ ਨਾਲ ਇਹ ਲੋਕ ਜਿਸ ਕਗਾਰ ਤੇ ਪਹੁੰਚ ਚੁੱਕੇ ਨੇ, ਸਿੱਧੇ ਤੌਰ ਤੇ ਸਿਆਸਤ ਨੂੰ ਵੀ ਜ਼ਿੰਮੇਦਾਰ ਠਹਿਰਾਉਂਦੇ ਨੇ। ਇਹ ਜਨਤਾ ਤੇ ਛੱਡਿਆ, ਇਹਨਾਂ ਦੀ ਇਸ ਹਾਲਤ ਨੂੰ ਲੈ ਕੇ ਲੋਕ ਖੁਦ ਜ਼ਿੰਮੇਵਾਰ ਨੇ ਜਾਂ ਸਰਕਾਰ? 5 ਤੋਂ ਜਾਨੀ 10 ਲੱਖ ਰੁਪਇਆ ਬਣ ਗਿਆ ਸਾਡਾ, ਕਿਸੇ ਨੇ ਸਾਡਾ ਜਾਨੀ ਕੋਈ ਮਾਫ ਨਹੀਂ ਕੀਤਾ 1 ਰੁਪਇਆ ਵੀ। ਉਹ ਮਾਫ ਤਾਂ ਕਾਹਦਾ ਕਰਨਾ ਸੀ, ਤਾਂ ਉਹ ਬੈਂਕ ਵਾਲੇ ਜਿਨ੍ਹਾਂ ਤੋਂ ਅਸੀਂ ਕਰਜ਼ਾ ਲਿਆ ਸੀ ਪੰਜਾਬ ਐਂਡ ਸਿੰਧ ਬੈਂਕ ਤੋਂ, ਤਾਂ ਉਹ ਜਿਹੜੀ ਜਾਨੀ ਸਾਡੇ ਕੁਰਕੀ ਦੇ ਘਰ ਦੇ ਆਰਡਰ ਵੀ ਆਪਦੇ ਜਿਹੜੇ 12 ਤੇ ਉਹਨਾਂ ਨੇ ਨੋਟਿਸ ਲਾਤਾ। ਇੱਕ ਆਮ ਇਨਸਾਨ ਚੋਣਾਂ ਦੇ ਦੌਰਾਨ ਲੰਬੀਆਂ ਲਾਈਨਾਂ 'ਚ ਇਹ ਸੋਚ ਕੇ ਲੱਗਦਾ ਹੈ ਕਿ ਵਾਕਈ ਉਸ ਨੂੰ ਬਿਹਤਰ ਜ਼ਿੰਦਗੀ ਮਿਲਣ ਵਾਲੀ ਹੈ। ਉਸ ਦੇ ਜੋ ਮਾੜੇ ਦਿਨ ਸਨ ਉਹ ਦਿਨ ਫਿਰਨ ਵਾਲੇ ਨੇ, ਲੇਕਿਨ ਉਹ ਸੱਚਾਈ ਨਹੀਂ ਹੁੰਦੀ, ਕਿਉਂਕਿ ਤਸਵੀਰਾਂ ਕੁਝ ਅਜਿਹਾ ਹੀ ਬਿਆਨ ਕਰ ਰਹੀਆਂ ਨੇ। ਜਿਸ ਵੇਲੇ ਇੱਕ ਇਨਸਾਨ ਲਾਈਨਾਂ ਦੇ ਵਿੱਚ ਲੱਗਾ ਹੁੰਦਾ ਹੈ, ਉਸ ਵੇਲੇ ਉਹਨਾਂ ਦੇ ਜ਼ਿਹਨ 'ਚ ਇੱਕ ਖਿਆਲ ਹੁੰਦਾ ਹੈ ਕਿ ਵਾਕਈ ਹੁਣ ਆਉਣ ਵਾਲੇ ਵਕਤ ਦਾ ਦੌਰ ਬਦਲ ਜਾਵੇਗਾ, ਅੱਛੇ ਦਿਨ ਆ ਜਾਣਗੇ। ਲੇਕਿਨ ਸ਼ਾਇਦ ਉਸ ਵੇਲੇ ਉਹ ਗਲਤ ਹੁੰਦਾ ਹੈ। ਜੋ ਤਸਵੀਰਾਂ ਬਿਆਨ ਕਰ ਰਹੀਆਂ ਨੇ ਉਹ ਕੁਝ ਹੋਰ ਹੀ ਦੱਸ ਰਹੀਆਂ ਨੇ, ਉਹ ਸਭ ਸਹੀ ਨਹੀਂ ਹੁੰਦਾ। ਇਨਸਾਨ ਨੇ ਕਈ ਤਰ੍ਹਾਂ ਦੇ ਸੁਪਨੇ ਸਜਾਏ ਹੁੰਦੇ ਨੇ, ਉਸ ਵੇਲੇ ਕੁਝ ਸਿਆਸਤਦਾਨਾਂ ਨੇ ਕੁਝ ਅਜਿਹੇ ਵਾਅਦੇ ਦਾਅਵੇ ਕੀਤੇ ਹੁੰਦੇ ਨੇ ਜਿਨ੍ਹਾਂ ਵਾਅਦਿਆਂ ਦਾਅਵਿਆਂ ਨੂੰ ਲੈ ਕੇ ਉਹ ਆਪਣੇ ਮਨ 'ਚ ਖਿਆਲੀ ਪੁਲਾਓ ਬਣਾ ਲੈਂਦਾ ਹੈ। ਪਰ ਸਹੀ ਮਾਇਨਿਆਂ 'ਚ ਹਕੀਕਤਾਂ ਉਹ ਨਹੀਂ ਹੈ। ਹਕੀਕਤਾਂ ਕੀ ਨੇ, ਸ਼ਾਇਦ ਇਹ ਸਾਨੂੰ ਖੁਦ ਨੂੰ ਸਮਝਣ ਦੀ ਲੋੜ ਹੈ। ਬਿਊਰੋ ਰਿਪੋਰਟ, PGC। ਦਰਅਸਲ ਸਾਡੇ ਚਾਰੋਂ ਰਿਪੋਰਟਰਾਂ ਦੀ ਇਹ ਜੋ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ, ਇਸ ਨੂੰ ਵੇਖ ਕੇ ਕੋਈ ਵੀ ਇਨਸਾਨ ਅੰਦਾਜ਼ੇ ਲਗਾ ਸਕਦਾ ਹੈ ਕਿ ਤਾਂ ਆਮ ਗੱਲ ਹੈ। ਹਰ ਜਗ੍ਹਾ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ। ਕੋਈ ਵੀ ਆਸ਼ਿਕ ਕਿਸੇ ਦੇ ਪ੍ਰੇਮ ਦੇ ਵਿੱਚ ਮਰ ਜਾਂਦਾ ਹੈ, ਕਿਸੇ ਦਾ ਵੀ ਮਕਾਨ ਕੁਰਕ ਹੋ ਸਕਦਾ ਹੈ। ਕਿਸਾਨ ਸੜਕਾਂ ਤੇ ਪਏ ਨੇ, ਬੈਠੇ ਨੇ, ਅੰਦੋਲਨ ਕਰ ਰਹੇ ਨੇ, ਜਾਂ ਇੱਕ ਬਜ਼ੁਰਗ ਬਲੱਡ ਬੈਂਕ ਦੇ ਬਾਹਰ ਬੈਠ ਗਿਆ ਤੇ ਉਸ ਤੋਂ ਬਾਅਦ ਉਸ ਦੀ ਕੀ ਹਾਲਤ ਹੋ ਗਈ। ਦਰਅਸਲ 'ਚ ਇਹ ਅਜਿਹੀਆਂ ਕਈ ਖਬਰਾਂ ਨਿਕਲ ਕੇ ਅੱਜ ਤੱਕ ਜੋ ਸਾਹਮਣੇ ਆ ਚੁੱਕੀਆਂ ਨੇ ਜਾਂ ਰੋਜ਼ ਆ ਰਹੀਆਂ ਨੇ, ਇਹਨਾਂ ਨੇ ਸਾਨੂੰ ਕਿਤੇ ਨਾ ਕਿਤੇ ਬੁਜ਼ਦਿਲ ਬਣਾ ਦਿੱਤਾ ਹੈ। ਇਸ ਦੇ ਵਿੱਚ ਕਹਿਣ ਦੇ ਵਿੱਚ ਕੋਈ ਸ਼ਾਇਦ ਹਰਜ ਨਹੀਂ ਹੈ, ਕਿਉਂਕਿ ਅਸੀਂ ਸਵਾਲ ਨਹੀਂ ਪੁੱਛਦੇ ਸੱਤਾ ਨੂੰ, ਅਸੀਂ ਸਵਾਲ ਨਹੀਂ ਪੁੱਛਦੇ ਸਿਸਟਮ ਤੇ ਸਿਆਸਤ ਨੂੰ ਕਿ ਜਿਨ੍ਹਾਂ ਸਿਸਟਮ ਤੇ ਸਿਆਸਤ ਬਣਾਉਣ ਦੇ ਉੱਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਉਹਨਾਂ ਨੇ ਦਰਅਸਲ 'ਚ ਸਾਡੇ ਲਈ ਕੀਤਾ ਕੀ ਹੈ। ਬਹਰਾਲ ਅੱਜ ਜੋ ਅਸੀਂ ਇਸ ਰਿਪੋਰਟ ਨੂੰ ਤੁਹਾਨੂੰ ਵਿਖਾਇਆ ਹੈ, ਦਰਅਸਲ ਤੁਹਾਡੇ ਵਾਸਤੇ ਸ਼ਾਇਦ ਇੱਕ ਆਮ ਗੱਲ ਜ਼ਰੂਰ ਹੋ ਸਕਦੀ ਹੈ, ਪਰ ਇਸ ਆਮ ਗੱਲ ਦੇ ਪਿੱਛੇ ਜੋ ਇੱਕ ਆਮ ਸੱਚਾਈ ਨਿਕਲ ਕੇ ਸਾਹਮਣੇ ਆ ਚੁੱਕੀ ਹੈ, ਉਹ ਕਿਸੇ ਤੋਂ ਲੁਕੀ ਹੈ? ਨਹੀਂ ਲੁਕੀ ਨਾ। ਹੁਣ ਦਰਅਸਲ ਕਹਾਣੀ ਆંકੜਿਆਂ ਵਾਲੀ। ਜੀ ਹਾਂ, ਆંકੜੇ ਸਰਕਾਰ ਕਰਦੀ ਹੈ ਤੇ ਆંકੜੇ ਅੱਜ ਅਸੀਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜੋ ਸਰਕਾਰ ਦੇ ਆંકੜੇ ਨੇ। ਦਰਅਸਲ 'ਚ ਜਦੋਂ ਕੋਈ ਵੀ ਵਿਅਕਤੀ ਜਾਂ ਕੋਈ ਵੀ ਪੋਲੀਟੀਕਲ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਤਾਂ ਉਸ ਦੇ ਵਾਅਦੇ ਦਾਅਵੇ ਕੁਝ ਹੋਰ ਹੁੰਦੇ ਨੇ, ਉਹਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਨੇ।
जो कि जनता ਨੂੰ ਸ਼ਾਇਦ ਨਾ ਲੁਭਾਉਂਦੀਆਂ ਹੋਣ। ਲੇਕਿਨ ਜਿਸ ਆਦਮੀ ਨੇ ਜਾਂ ਜਿਸ ਪੋਲੀਟੀਕਲ ਪਾਰਟੀ ਨੇ ਸੱਤਾ ਦੇ ਵਿੱਚ ਆਉਣਾ ਹੁੰਦਾ ਹੈ, ਉਸ ਦੇ ਦਾਅਵੇ ਵਾਅਦੇ ਵੀ ਕੁਝ ਹੋਰ ਹੁੰਦੇ ਨੇ, ਉਸ ਦੀਆਂ ਗੱਲਾਂ ਵੀ ਕੁਝ ਅਜਿਹੀਆਂ ਹੁੰਦੀਆਂ ਨੇ ਦੀਦੀ ਕਰਕੇ, ਤਾਂ ਕਿ ਲੋਕ ਉਸ ਲੁਭਾਵਣੇ ਵਾਅਦਿਆਂ ਨੂੰ ਜਾਂ ਉਹਨਾਂ ਲੁਭਾਵਣੀਆਂ ਗੱਲਾਂ ਨੂੰ ਲੈ ਕੇ ਆਪਣੇ ਜ਼ਿਹਨ ਦੇ ਵਿੱਚ ਇੱਕ ਘਰ ਕਰ ਲਵੇ ਤੇ ਉਸ ਤੋਂ ਬਾਅਦ ਇੱਕ ਪਿਕਚਰ ਬਣਾ ਲਵੇ ਕਿ ਅੱਛੇ ਦਿਨ ਆਉਣਗੇ। ਲੇਕਿਨ ਅੱਜ ਜੋ ਅਸੀਂ ਰਿਪੋਰਟ ਤੁਹਾਨੂੰ ਆંકੜੇ ਦੀ ਜ਼ੁਬਾਨੀ ਵਿਖਾਉਣ ਤੇ ਦਿਖਾਉਣ ਜਾ ਰਹੇ ਹਾਂ, ਦਰਅਸਲ 'ਚ ਸਹੀ ਮਾਇਨੇ ਦੇ ਵਿੱਚ ਇਹ ਉਹ ਤਸਵੀਰ ਹੈ ਜਿਸ ਨੂੰ ਲੈ ਕੇ ਵਾਅਦੇ ਤੇ ਦਾਅਵੇ ਬਹੁਤ ਕੀਤੇ ਗਏ ਸਨ। ਲੇਕਿਨ ਅੱਜ ਜੋ ਆંકੜੇ ਸਾਹਮਣੇ ਨਿਕਲ ਕੇ ਸਾਹਮਣੇ ਆਏ ਨੇ, ਉਹ ਵੀ ਸਰਕਾਰ ਦੇ ਉਹ ਵਾਕਈ ਚੁਕਾ ਕੇ ਰੱਖ ਦੇਣ ਵਾਲੇ ਨੇ। ਇੱਕ ਤੋਂ ਤੁਹਾਨੂੰ ਪਹਿਲਾਂ ਹੀ ਅਸੀਂ ਕਿਹਾ ਸੀਗਾ ਕਿ ਜੋ ਰਿਪੋਰਟ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਹ ਤੁਹਾਡੇ ਹੋਸ਼ ਫਾਕਤਾ ਕਰ ਦੇਵੇਗੀ। ਦਰਅਸਲ 'ਚ ਇਹ ਖਾਸ ਤੌਰ ਤੇ ਖਬਰ ਉਹਨਾਂ ਪਿੰਡ ਵਾਸੀਆਂ ਦੇ ਲਈ ਹੈ ਜੋ ਪਿੰਡਾਂ ਦੇ ਵਿੱਚ ਰਹਿੰਦੇ ਨੇ। ਜੀ ਹਾਂ, ਸਿੱਧੇ ਤੌਰ ਤੇ ਉਹਨਾਂ ਪਿੰਡਾਂ ਵਾਲਿਆਂ ਦੇ ਲਈ ਹੈ ਜਿਨ੍ਹਾਂ ਪਿੰਡਾਂ ਵਾਲਿਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ, ਉਹਨਾਂ ਮਹਿਲਾਵਾਂ ਦੇ ਲਈ ਹੈ ਜਿਨ੍ਹਾਂ ਮਹਿਲਾਵਾਂ ਦੇ ਸਸ਼ਕਤੀਕਰਨ ਦੀਆਂ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਨੇ, ਉਹਨਾਂ ਬੱਚਿਆਂ ਦੇ ਲਈ ਹੈ ਜਿਨ੍ਹਾਂ ਨੂੰ ਨੌਜਵਾਨ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਜੀ ਹਾਂ, ਡਾਕਟਰਾਂ ਦੀ ਘਾਟ ਹੈ। ਲਗਭਗ ਸਾਰੇ ਪੂਰੇ ਦੇਸ਼ ਦੇ ਵਿੱਚ 70% ਡਾਕਟਰਾਂ ਦੀ ਘਾਟ ਹੈ, ਚਾਹੇ ਉਹ ਗਾਇਨੋਕੋਲੋਜਿਸਟ ਹੋਵੇ, ਚਾਹੇ ਉਹ ਬਾਲ ਰੋਗ ਵਿਸ਼ੇਸ਼ज्ञ ਹੋਣ, ਚਾਹੇ ਉਹ ਸਰਜਨ ਹੋਣ, ਚਾਹੇ ਉਹ ਕੋਈ ਵੀ ਹੋਵੇ। ਲੇਕਿਨ ਅੱਜ ਇਸ ਰਿਪੋਰਟ ਦੇ ਜ਼ਰੀਏ ਅਸੀਂ ਤੁਹਾਨੂੰ ਇੱਕ ਤੱਥ ਜਾਂ ਕਹੋ ਇੱਕ ਸੱਚ ਤਾਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਨਾ। ਇਸ ਤੇ ਵਿਸ਼ਵਾਸ ਕਿੰਨਾ ਕੁ ਤੁਹਾਨੂੰ ਹੁੰਦਾ ਹੈ ਜਾਂ ਇਸ ਖਬਰ ਨੂੰ ਵੇਖਣ ਤੋਂ ਬਾਅਦ ਤੁਹਾਡੇ ਜ਼ਿਹਨ ਦੇ ਵਿੱਚ ਕੀ ਖਿਆਲ ਉੱਠਦੇ ਨੇ, ਇਹ ਤਾਂ ਤੁਹਾਡੇ ਤੇ ਛੱਡਿਆ, ਪਰ ਵਕਤ ਇਸ ਵੇਲੇ ਇਸ ਰਿਪੋਰਟ ਦਿਖਾਉਂਦਾ ਹੈ। ਵੇਖੋ ਰਿਪੋर्ट। हम ठान लें तो कोई लक्ष्य असंभव नहीं, कोई राह मुश्किल नहीं। ਅੱਜ ਦਰਅਸਲ ਅਸੀਂ ਗੱਲ ਕਰਨ ਜਾ ਰਹੇ ਹਾਂ ਨੇਤਾਵਾਂ ਦੇ ਵੱਲੋਂ ਦਿੱਤੇ ਅੱਛੇ ਦਿਨਾਂ ਦੇ ਆਸ਼ਵਾਸਨ ਦੀ। ਅੱਜ ਜੋ ਹਾਲਾਤ ਕੁਝ ਨੇਤਾਵਾਂ ਨੇ ਤੁਹਾਡੇ ਬਣਾ ਦਿੱਤੇ ਨੇ, ਉਸ ਬਾਰੇ ਤੁਹਾਨੂੰ ਜ਼ਰੂਰ ਸਮਝਾਉਣਾ ਚਾਹੁੰਦੇ ਨੇ ਤੇ ਵਿਖਾਉਣਾ ਵੀ ਚਾਹੁੰਦੇ ਨੇ। ਹਰ ਘਰ 'ਚ ਸਹੂਲਤ, ਵਿਦਿਆਰਥੀਆਂ ਨੂੰ ਸਿੱਖਿਆ ਤੇ ਬਿਮਾਰਾਂ ਨੂੰ ਸਿਹਤ ਸਹੂਲਤਾਂ ਦੇ ਖਾਸ ਤੌਰ ਤੇ ਪੇਂਡੂ ਲੋਕਾਂ ਦੀ ਸਿਹਤ ਸਹੂਲਤਾਂ ਜੇ ਸਰਕਾਰ ਦੇ ਲਈ ਸਭ ਤੋਂ ਵੱਡੀ ਪ੍ਰਾਥਮਿਕਤਾ ਰਹੀ, ਅੱਜ ਦਰਅਸਲ ਗੱਲ ਉਸ ਦੀ। ਹੁਣ ਕੁਝ ਆંકੜੇ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਏ ਹਾਂ ਇੱਕ ਸੱਚਾਈ ਦੇ ਰੂਪ 'ਚ, ਜਿਨ੍ਹਾਂ ਤੇ ਤੁਹਾਨੂੰ ਗੌਰ ਕਰਨ ਦੀ ਸਖਤ ਤੌਰ ਤੇ ਲੋੜ ਹੈ। ਗੱਲ ਤੁਹਾਡੇ ਪਿੰਡਾਂ 'ਚ ਡਾਕਟਰਾਂ ਦੀ ਹੈ, ਤੁਹਾਡੀਆਂ ਜ਼ਰੂਰਤਾਂ ਨੂੰ ਸਮਝਣ ਦੇ ਦਾਅਵੇ ਵਾਲੀ ਹੈ, ਜੋ ਸਰਕਾਰ ਨੇ ਸਮਝੇ ਸਨ ਤੇ ਉਹਨਾਂ ਦਾਅਵਿਆਂ ਤੋਂ ਪਰੇ ਵਾਲੀ ਇੱਕ ਹਕੀਕਤ ਜੋ ਸਾਹਮਣੇ ਆਈ ਹੈ ਉਹ ਵਿਖਾਉਣ ਜਾ ਰਹੇ ਹਾਂ। ਫਿਲਹਾਲ ਜੋ ਹੁਣ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਵੇਖ ਤੁਸੀਂ ਹੈਰਾਨ ਹੋ ਸਕਦੇ ਹੋ, ਤੁਹਾਡੇ ਹੋਸ਼ ਫਾਕਤਾ ਹੋ ਸਕਦੇ ਨੇ। ਜਨਾਬ, ਤੁਹਾਡੇ ਪਿੰਡਾਂ 'ਚ ਸਰਜਨ, ਗਾਇਨੋਕੋਲੋਜਿਸਟ ਯਾਨੀ ਕਿ ਮਹਿਲਾਵਾਂ ਦੀਆਂ ਬਿਮਾਰੀਆਂ ਦੇ ਨਾਲ ਜੁੜੇ ਡਾਕਟਰ, ਬੱਚਿਆਂ ਦੀਆਂ ਬਿਮਾਰੀਆਂ ਦੇ ਨਾਲ ਜੁੜੇ ਡਾਕਟਰ 70 ਤੋਂ 80% ਹੈ ਹੀ ਨਹੀਂ। ਉਦਾਹਰਨ ਦੇ ਤੌਰ ਤੇ ਜੇ ਕਿਤੇ 10 ਡਾਕਟਰ ਚਾਹੀਦੇ ਨੇ ਤੇ ਉੱਥੇ ਡਾਕਟਰ ਨੇ 2, ਤੇ ਜੇ ਸਰਕਾਰਾਂ ਨੂੰ ਕਿਤੇ ਵਾਲਾ ਹੀ ਤਰਸ ਆ ਗਿਆ ਤੇ ਉੱਥੇ ਡਾਕਟਰ ਕਰ ਦਿੱਤੇ ਨੇ 3। ਸਾਰੀਆਂ ਸਰਕਾਰਾਂ ਦੇ ਵੱਲੋਂ ਤੁਹਾਡੀ ਸਿਹਤ 'ਚ ਸੁਧਾਰ ਲਿਆਉਣ ਦੇ ਲਈ ਲਗਾਤਾਰ ਸਿਰਫ ਗੱਲਾਂ ਕਰਨ ਦੇ ਬਾਵਜੂਦ ਗ੍ਰਾਮੀਣ ਭਾਰਤ 'ਚ ਮਾਹਰ ਡਾਕਟਰਾਂ ਦੀ ਭਾਰੀ ਕਿੱਲਤ ਹੈ। ਅੰਗਰੇਜ਼ੀ 'ਚ ਸ਼ਾਰਟੇਜ ਆਫ ਐਕਸਪਰਟ ਡਾਕਟਰਸ ਕਹਿੰਦੇ ਨੇ। ਇੱਕ ਰਿਪੋਰਟ ਦੇ ਮੁਤਾਬਿਕ ਇਹ ਸਾਰੀ ਕਹਾਣੀ ਨਿਊ ਇੰਡੀਆ 'ਚ 2019 ਤੇ 2020 'ਚ ਸਾਹਮਣੇ ਆ ਗਈ ਹੈ। ਦੇਸ਼ 'ਚ ਗ੍ਰਾਮੀਣ ਸਵਾਸਥ ਢਾਂਚੇ ਅਤੇ ਕਾਰਜਬਲ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਹਰ ਸਾਲ ਦੀ ਕੀਤੇ ਜਾਣ ਵਾਲੀ ਕਵਾਇਦ NRHM ਸ਼ੁਰੂ ਹੋਣ ਦੇ 15 ਸਾਲ ਬਾਅਦ ਵੀ ਦੇਸ਼ ਭਰ 'ਚ ਪਿੰਡਾਂ ਦੇ ਵਿੱਚ ਮਾਹਰਾਂ ਦੀ ਗਿਣਤੀ ਲਕਸ਼ਿਤ ਯਾਨੀ ਕਿ ਮਿੱਥੇ ਜ਼ਰੂਰਤ ਤੋਂ ਕਰੀਬ 6000 ਪਿੱਛੇ ਹੈ। RHS ਦੱਸਦੀ ਹੈ ਕਿ ਇਸ ਤੋਂ ਇਲਾਵਾ ਜੇਕਰ ਮੌਜੂਦਾ ਬੁਨਿਆਦੀ ਢਾਂਚੇ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ 78.9% ਸਰਜਨ ਦੀ ਘਾਟ ਹੈ। ਇੰਨਾ ਹੀ ਨਹੀਂ, ਗੱਲ ਅਜੇ ਹੋਰ ਬਾਕੀ ਹੈ। प्रसूता माताओं के मरने की संख्या बहुत चिंताजनक है और कारण जो प्राथमिक सुविधाएं चाहिए उसका अभाव है। दरअसल कुछ साल पहला जिन्हां महिलावां नूं लैके मोदी जी ने चिंता जताई सी, उन्हां महिलावां दी अज भी दुर्दशा है। 69.7% प्रस्तुति ਅਤੇ ਗਾਇਨੋਕੋਲੋਜਿਸਟ, 78.2% ਫਿਜ਼ੀਸ਼ੀਅਨ ਤੇ 78.2% ਬਾਲ ਰੋਗ ਮਾਹਰ ਡਾਕਟਰਾਂ ਦੀ ਘਾਟ ਅੱਜ ਵੀ ਹੈ ਪੂਰੇ ਮੁਲਕ ਦੇ ਵਿੱਚ। ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਕੋਸ਼ਿਸ਼ਾਂ ਦੀ ਗੱਲ ਕੀਤੀ ਗਈ ਸੀ, ਪਰ ਕਿੰਨੀਆਂ ਕੋਸ਼ਿਸ਼ਾਂ ਕਿੱਦਾਂ ਕੀਤੀਆਂ ਗਈਆਂ ਔਰ ਕਿੰਨੇ ਸਿਰੇ ਚੜੀਆਂ ਇਸ ਤੇ ਜ਼ੋਰ ਨਹੀਂ ਦਿੱਤਾ ਗਿਆ। ਦਰਅਸਲ ਇਹ ਬਿਆਨ ਕਾਫੀ ਸਮੇਂ ਪਹਿਲਾਂ ਦਾ ਹੈ, ਪਰ ਅੱਜ ਅਭਾਵ ਦੀ ਗੱਲ PM ਨੇ ਕੀਤੀ ਹੈ। ਅੱਜ ਵੀ ਉਸ ਦਾ ਅਭਾਵ ਬਣਿਆ ਹੋਇਆ ਹੈ। और मिला जुला के मौजूदा समुदायिक स्वास्थ्य केंद्र यानी कि CHC की जरूरतों की तुलना च CHC दे विच 76.1% माहरां दी घाट है।
ਕੁਝ ਰਾਜਾਂ ਦਾ ਡਾਟਾ ਤਾਂ ਇਹ ਵੀ ਦਰਸਾਉਂਦਾ ਹੈ ਕਿ ਸਥਿਤੀ ਵਾਸਤਵ ਦੇ ਵਿੱਚ ਗੰਭੀਰ ਹੈ। ਉਦਾਹਰਨ ਦੇ ਤੌਰ ਤੇ ਵਾਈਬ੍ਰੈਂਟ ਕਹੇ ਜਾਣ ਵਾਲੇ ਗੁਜਰਾਤ ਦੇ ਵਿੱਚ 1088 ਮਾਹਰਾਂ ਦੀ ਕੁੱਲ ਲੋੜ ਹੈ ਤੇ ਉਸ ਦੇ ਮੁਕਾਬਲੇ 996 ਮਾਹਰਾਂ ਦੀ ਘਾਟ ਹੈ। ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਹੈ, ਕੁੱਲ ਜ਼ਰੂਰਤ 916 ਮਾਹਰਾਂ ਦੀ ਹੈ, ਜਿਸ ਦੇ ਵਿੱਚ 867 ਦੀ ਕਮੀ ਹੈ। ਪੱਛਮ ਬੰਗਾਲ ਮਮਤਾ ਬੈਨਰਜੀ ਦਾ ਜਿੱਥੇ ਖੇਲਾ ਹੋ ਰਿਹਾ ਹੈ ਤੇ ਸ਼ੋਨਾਰ ਬੰਗਲਾ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉੱਥੇ 380 ਮਾਹਰਾਂ ਦੀ ਲੋੜ ਹੈ ਤੇ ਇਸ ਦੇ ਮੁਕਾਬਲੇ 247 ਦੀ ਘਾਟ ਹੈ। ਕੌਮੀ ਪੱਧਰ ਤੇ ਜੇ ਮਾਹਰਾਂ ਦੀ ਕੁੱਲ ਲੋੜ 13,384 ਹੈ ਤਾਂ ਉਹਨਾਂ ਦੇ ਵਿੱਚੋਂ 6,111 ਦੀ ਘਾਟ ਹੈ। ਖੈਰ ਸੁਣੋ। गरीब से गरीब व्यक्ति को आरोग्य की सुविधाएं कैसे उपलब्ध हो, उस दिशा में जितने प्रयत्न हम करें कम है। ਇਸ ਸਭ ਦੇ ਵਿੱਚ ਆਯੂਸ਼ ਮਾਹਰਾਂ ਦੀ ਹਾਲਤ ਕੁਝ ਬਿਹਤਰ ਹੈ, ਜਿਨ੍ਹਾਂ 'ਚ ਆਯੁਰਵੈਦਿਕ, ਹੋਮਿਓਪੈਥਿਕ, ਯੂਨਾਨੀ ਪੱਧਤੀ ਸ਼ਾਮਿਲ ਹੈ। ਉਹਨਾਂ ਦੀ ਸਥਿਤੀ ਕੁਝ ਖਾਸ ਦੱਸੀ ਗਈ ਹੈ। 5,183 ਦੀ ਕੁੱਲ ਲੋੜ ਦੇ ਮੁਕਾਬਲੇ 701 ਦੀ ਘਾਟ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਕੋਵਿਡ-19 ਮਹਾਮਾਰੀ 'ਚ ਦੇਸ਼ ਭਰ ਦੇ ਸਵਾਸਥ ਤੇ ਬੁਨਿਆਦੀ ਢਾਂਚਾ ਚਰਮਰਾ ਜਾਣ ਤੋਂ ਬਾਅਦ ਸਰਕਾਰ ਦੇ ਥਿੰਕ ਟੈਂਕ ਨੀਤੀ ਆਯੋਗ ਨੇ ਹਲਕੇ ਲੱਛਣਾਂ ਵਾਲੇ ਲੋਕਾਂ ਨੂੰ ਆਯੁਸ਼ ਚਿਕਿਤਸਕਾਂ ਯਾਨੀ ਕਿ ਆਯੁਸ਼ ਡਾਕਟਰਾਂ ਦੇ ਕੋਲ ਜਾਣ ਦੀ ਸਲਾਹ ਦਿੱਤੀ ਸੀ। ਭਾਵ ਹੋਮਿਓਪੈਥੀ, ਆਯੁਰਵੈਦੀ ਤੇ ਯੂਨਾਨੀ ਡਾਕਟਰਾਂ ਦੇ ਕੋਲ। 31 ਮਾਰਚ 2020 ਤੱਕ ਗ੍ਰਾਮੀਣ ਭਾਰਤ 'ਚ 38,595 ਹੈਲਥ ਐਂਡ ਵੈਲਨੈਸ ਸੈਂਟਰ ਕੰਮ ਕਰ ਰਹੇ ਸਨ। ਮੋਦੀ ਸਰਕਾਰ ਦੀ ਮਹੱਤਵਾਕਾਂਖੀ ਯੋਜਨਾ ਆਯੁਸ਼ਮਾਨ ਭਾਰਤ ਦੇ ਤਹਿਤ 2022 ਤੱਕ 1,53,000 ਹੈਲਥ ਐਂਡ ਵੈਲਨੈਸ ਸੈਂਟਰ ਖੋਲ੍ਹਣ ਦਾ ਇੱਕ ਟੀਚਾ ਰੱਖਿਆ ਗਿਆ ਸੀ। ਡਾਟਾ ਦੱਸਦਾ ਹੈ ਕਿ ਸਬ ਡਿਵੀਜ਼ਨਲ ਅਤੇ ਜ਼ਿਲ੍ਹਾ ਹਸਪਤਾਲਾਂ ਦੇ ਪੱਧਰ ਤੇ 1,43,538 ਤੇ 2,87,025 ਬੈੱਡ ਉਪਲਬਧ ਨੇ। RHS ਦੇ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਅਜੇ ਦੇਸ਼ ਦੇ ਵਿੱਚ ਇੱਕ ਸਵਸਥ ਉਪ ਕੇਂਦਰ ਔਸਤਨ 57,291 ਆਬਾਦੀ ਦੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਜਦਕਿ 30,35,730 ਦੀ ਔਸਤ ਆਬਾਦੀ ਤੇ ਇੱਕ ਪ੍ਰਾਇਮਰੀ ਸਿਹਤ ਕੇਂਦਰ ਅਤੇ 1,71,779 ਲੋਕਾਂ ਦੇ ਔਸਤ ਤੇ ਸਿਰਫ ਇੱਕ ਕਮਿਊਨਿਟੀ ਹੈਲਥ ਸੈਂਟਰ ਹੈ। ਕਰ ਲੋ ਭਲਾ। ਨਿਰਧਾਰਿਤ ਮਾਨਦੰਡਾਂ ਦੇ ਮੁਤਾਬਿਕ ਜ਼ਿਆਦਾਤਰ 5,000 ਲੋਕਾਂ ਦੀ ਆਬਾਦੀ ਤੇ ਇੱਕ ਸਵਾਸਥ ਉਪ ਕੇਂਦਰ, 30,000 ਲੋਕਾਂ ਤੇ ਇੱਕ ਪ੍ਰਾਥਮਿਕ ਸਵਾਸਥ ਕੇਂਦਰ ਅਤੇ ਜ਼ਿਆਦਾ ਤੋਂ ਜ਼ਿਆਦਾ 1,20,000 ਲੋਕਾਂ ਤੇ ਇੱਕ ਸਮੁਦਾਇਕ ਸਵਾਸਥ ਕੇਂਦਰ ਹੋਣਾ ਚਾਹੀਦਾ ਹੈ। ਪਰ ਪਿਛਲੇ ਕਈ ਸਾਲਾਂ ਦੀ ਮਿਹਨਤ ਨੂੰ ਪੂਰ ਨਹੀਂ ਪਿਆ। ਇਹ ਪਿਆ ਜਾਂ ਪਾਇਆ ਨਹੀਂ ਗਿਆ ਜਾਂ ਪਾ ਨਹੀਂ ਹੋਇਆ, ਜਨਤਾ ਆਪ ਸਮਝਦਾਰ ਹੈ। ਪਰ ਇਸ ਤੋਂ ਇਹ ਤਾਂ ਜ਼ਰੂਰ ਪਤਾ ਲੱਗ ਹੀ ਜਾਂਦਾ ਹੈ ਨਾ ਕਿ NRHM ਸ਼ੁਰੂ ਹੋਣ ਦੇ 15 ਸਾਲ ਬਾਅਦ ਵੀ ਤੀਜੇ ਪੱਧਰ ਦੇ ਸਿਹਤ ਦੇਖਭਾਲ ਦੇ ਬੁਨਿਆਦੀ ਢਾਂਚੇ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। कद ठीक होगी पता नहीं। सब कुछ ध्वस्त हो गया था। ऐसा लगता था मानो कच्छ मौत की चादर ओढ़कर सो गया हो। उस परिस्थिति में कोई सोच भी नहीं सकता था। लिखी हुई स्क्रिप्ट पढ़ के मंच से संबोधन करने वाली खुशी जाहिर करना होर गल है ते सही मायने च आंकड़ियां दे नाल लोकां नूं खुशी महसूस करवाना होर गल है। जो हर एक इंसान के चेहरे ते सुभाविक खुशी आती है सहूलतां मिलने तो बाद उसकी तो वाकई गल हो रही होती है, इसकी कोई मिसाल ही नहीं है। पर वो चेहरे ते आने के लिए खुशी का कितना इंतजार करना पऊगा, विशा तो यह है ना सोचने वाला। खैर ब्यूरो रिपोर्ट PTC न्यूज़। दरअसल इस रिपोर्ट ਨੂੰ ਜੋ ਹੁਣ ਤੁਹਾਨੂੰ ਅਸੀਂ ਵਿਖਾ ਚੁੱਕੇ ਹਾਂ ਜਾਂ ਕਹੋ ਆંકੜੇ ਦੀ ਸ਼ਕਲ ਦੇ ਵਿੱਚ ਇੱਕ ਖਬਰ ਜੋ ਤੁਹਾਡੇ ਸਾਹਮਣੇ ਅਸੀਂ ਰੱਖ ਚੁੱਕੇ ਹਾਂ, ਇਸ ਤੋਂ ਅੰਦਾਜ਼ੇ ਜਾਂ ਇਸ ਤੋਂ ਸਿੱਟੇ ਦਰਅਸਲ ਕੀ ਕੱਢੇ ਜਾਣ। 15 ਸਾਲ ਇੱਕ ਸਰਕਾਰ ਦਾਅਵੇ ਵਾਅਦੇ ਕਰਦੀ ਰਹੀ, ਇੱਕ ਮਿਸ਼ਨ ਨੂੰ ਪੂਰਾ ਨਹੀਂ ਹੋ ਪਾਇਆ। ਜੇ ਮੰਨ ਕੇ ਚਲੋ 15 ਸਾਲ ਕਿਸੇ ਹੋਰ ਸਰਕਾਰ ਨੂੰ ਜਾਂ ਇਹੀ ਸਰਕਾਰ 15 ਸਾਲ ਦੇ ਵਾਸਤੇ ਸੱਤਾ ਦੇ ਵਿੱਚ ਰਹਿੰਦੀ ਹੈ, ਉਹ ਵੀ ਅਗਰ 15 ਸਾਲ ਲਗਾ ਲੈਂਦੀ ਹੈ ਤਾਂ ਕੀ ਗਰੰਟੀ, ਕੀ ਛੋਟੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ। जिदा CM साहब पंजाब दे कहंदे ने ना नरोया पंजाब कि पूरा देश नरोया हो जाएगा, इसकी की गारंटी है। दरअसल च सही मायने च लोड़ है सवाल करन दी। साडी कमी दरअसल इत्थे रह जाती है एक आम इंसान की कि असीं सवाल घट ही पुछते हैं, लेकिन जो वोटां की वारी आती है तो वोटां जरूर देंदे हैं, जो कि देनियां भी चाहिए ने। एक पर्व है, उत्सव है, इसनूं मनाना चाहिए। लेकिन सीधे तौर पर जो अजिहियां तस्वीरां निकल के सामने आंदियां ने, जो घरों घरों एक पिंड दे विचों एक खबर निकल के सामने आती है कि उसनूं सेहत सहूलतां नहीं मिल पाईयां, जिसकी वजह दे नाल उसकी मौत हो गई। जो खबरां ये निकल के सामने आउंदियां ने कि उसकी ये हालत सी, ये बद तो बदतर बनती रही, उस तो बाद ये तस्वीरां जो निकल के सामने आउंदियां ने तो सवाल तो खड़े होंदे ने ना। अज ये खबर दिखाने का दरअसल मकसद ही ये है कि लोग जागरूक हों।
ਪੀਟੀਸੀ ਨਿਊਜ਼ ਦੀ ਖਾਸ ਪੇਸ਼ਕਸ਼ 'ਚ ਅੱਜ ਬਸ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਵੇਖਣ ਲਈ ਵੇਖਦੇ ਰਹੋ ਪੀਟੀਸੀ ਨਿਊਜ਼। ਮੈਨੂੰ ਯਾਨੀ ਕਿ ਨੀਰਜ ਬਾਲੀ ਤੇ ਮੇਰੇ ਕੈਮਰਾਮੈਨ ਸੁਮਿਤ ਕਲੇਰ ਨੂੰ ਦਿਓ ਇਜਾਜ਼ਤ। ਕੱਲ ਮਿਲਦੇ ਹਾਂ ਇਸੇ ਵਕਤ ਇਸੇ ਪ੍ਰੋਗਰਾਮ ਕੀ ਸਮਝੀਏ 'ਚ। ਯਾਦ ਹੈ ਨਾ ਕੀ ਸਮਝੀਏ।